जब लग दुनिया रहीए नानक किश सुनिया किश कहीए। ਅੱਜ ਦਾ ਪ੍ਰੋਗਰਾਮ ਦੇਖ ਰਹੇ ਮੇਜਰ ਸਿੰਘ ਪੰਜਾਬੀ ਵੱਲੋਂ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ। ਤੇ ਅੱਜ ਗੱਲ ਕਰਾਂਗੇ ਅਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਾਰੇ। ਤੇ ਸਾਡੇ ਨਾਲ ਮੌਜੂਦ ਨੇ ਸਰਦਾਰ ਮਨਜੀਤ ਸਿੰਘ ਜੀ, ਜਿਨ੍ਹਾਂ ਨੇ ਲੰਮਾ ਸਮਾਂ ਜਿਹੜਾ ਕਿ ਫੈਡਰੇਸ਼ਨ ਦੇ ਵਿੱਚ ਕੰਮ ਕੀਤਾ। ਇੱਕ ਕਾਰਕੁਨ ਤੋਂ ਲੈ ਕੇ ਇੱਕ ਆਗੂ ਬਣੇ ਨੇ, ਜਨਰਲ ਸਕੱਤਰ ਰਹੇ ਨੇ ਸੂਬੇ ਦੇ। ਸੋ ਗੱਲ ਕਰਾਂਗੇ ਉਹਨਾਂ ਨਾਲ ਪੰਜਾਬ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਬਾਰੇ। ਭਾਈ ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ, ਪਹਿਲਾਂ ਤਾਂ ਇਹ ਪੁੱਛਾਂਗੇ ਕਿ ਤੁਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਕਦੋਂ ਜੁਆਇਨ ਕੀਤਾ ਅਤੇ ਕਦੋਂ ਤੋਂ ਤੁਸੀਂ ਜਿਹੜਾ ਕਿ ਸਾਰਾ ਕੁਝ ਕੰਮ ਸ਼ੁਰੂ ਕੀਤਾ ਹੈ? ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਨੌਜਵਾਨ ਆਗੂ ਸਨ ਜਾਂ ਕਾਰਕੁਨ ਸਨ, ਉਹਨਾਂ ਦਾ ਰੁਤਬਾ ਕਿਹੋ ਜਿਹਾ ਸੀ? ਸਾਹਿਬ ਮੇਜਰ ਸਿੰਘ ਜੀ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ 1983 ਦੇ ਵਿੱਚ ਮੈਂ ਜੁਆਇਨ ਕੀਤੀ ਚੰਡੀਗੜ੍ਹ ਤੋਂ ਹੀ। ਅਤੇ ਬਤੌਰ ਇੱਕ ਜਿਹੜਾ 2 ਰੁਪਏ ਦਾ ਮੈਂਬਰਸ਼ਿਪ ਵਾਲਾ ਫਾਰਮ ਹੁੰਦਾ ਸੀ, ਉਹਦੇ 'ਤੇ ਅਸੀਂ ਮੈਂਬਰਸ਼ਿਪ ਦੇ ਕੇ ਕੰਮ ਕਰਦੇ ਰਹੇ। ਚੰਡੀਗੜ੍ਹ ਦੇ ਵਿੱਚ ਕੰਮ ਕੀਤਾ ਅਤੇ ਵੱਖ-ਵੱਖ ਚੰਡੀਗੜ੍ਹ ਦੇ ਪਹਿਲਾਂ ਬਤੌਰ ਮੈਂਬਰ ਕੰਮ ਕੀਤਾ। ਫਿਰ ਮੈਂ ਚੰਡੀਗੜ੍ਹ ਦੀ ਕਮੇਟੀ ਦੇ ਵਿੱਚ ਆਇਆ, ਫਿਰ ਮੋਹਾਲੀ ਦਾ ਜਨਰਲ ਸਕੱਤਰ ਰਿਹਾ, ਮੋਹਾਲੀ ਜ਼ਿਲ੍ਹੇ ਦਾ। ਉਸ ਤੋਂ ਬਾਅਦ ਫਿਰ 1995 ਦੇ ਵਿੱਚ ਜਦੋਂ ਫੈਡਰੇਸ਼ਨ ਦੁਬਾਰਾ ਰਿਵਾਈਵ ਕੀਤੀ ਹੈ, ਇੱਕ ਵਾਰੀ ਜਿਹੜਾ 84 ਵਾਲਾ ਐਪੀਸੋਡ ਹੋਇਆ ਜਾਂ ਦਰਦਨਾਕ ਜਿਹੜਾ ਘਟਨਾਕ੍ਰਮ ਹੋਇਆ, ਉਸ ਤੋਂ ਬਾਅਦ ਫੈਡਰੇਸ਼ਨ ਬਹੁਤ ਹਾਈਪ 'ਤੇ ਗਈ ਅਤੇ ਫਿਰ ਸਰਕਾਰਾਂ ਦੀਆਂ ਉਹਦੇ ਨਾਲ ਡਾਊਨ ਵੀ ਆਈ। ਪਰ 1995 ਦੇ ਵਿੱਚ ਹਰਮਿੰਦਰ ਸਿੰਘ ਗਿੱਲ ਅਤੇ ਭਾਈ ਮਨਜੀਤ ਸਿੰਘ ਦੀ ਪ੍ਰਧਾਨਗੀ ਜਾਂਦੀ ਲੱਗੀ। ਉਸ ਤੋਂ ਬਾਅਦ ਹਰਮਿੰਦਰ ਗਿੱਲ ਨੂੰ ਪ੍ਰਧਾਨ ਬਣਾ ਕੇ ਮੈਂ ਜਨਰਲ ਸਕੱਤਰ ਦੇ ਤੌਰ 'ਤੇ ਫੈਡਰੇਸ਼ਨ ਦੇ ਵਿੱਚ ਕੰਮ ਕਰਦਾ ਰਿਹਾ। ਅਤੇ ਮਨਜੀਤ ਸਿੰਘ ਜੀ, ਤੁਸੀਂ ਜਿਹੜਾ ਕਿ ਜਨਰਲ ਸਕੱਤਰ ਦੇ ਤੌਰ 'ਤੇ ਫੈਡਰੇਸ਼ਨ ਦੇ ਕੰਮ ਕੀਤਾ ਹੈ, ਉਸ ਟਾਈਮ ਜਿਹੜਾ ਕੰਮ ਕਰਨ ਦਾ ਰੂਪ ਰੇਖਾ ਕੀ ਹੁੰਦੀ ਸੀ ਫੈਡਰੇਸ਼ਨ ਆਗੂਆਂ? ਦੇਖੋ, ਜਦੋਂ ਤੋਂ ਹੀ ਫੈਡਰੇਸ਼ਨ ਦੇ ਵਿੱਚ ਆਏ ਆ, ਉਦੋਂ ਤੋਂ ਇੱਕ ਜਜ਼ਬਾ ਸੀ, ਕਿਉਂਕਿ ਉਹ ਜਿਹੜਾ ਫੈਡਰੇਸ਼ਨ ਦੀ ਪਰਚੀ ਕੱਟਦੇ ਸੀ ਜਿਹੜੀ ਅਸੀਂ, ਉਹਦੇ ਪਿੱਛੇ ਜਿਹੜਾ ਮੁੱਖ ਮੰਤਵ ਹੁੰਦਾ ਸੀ ਫੈਡਰੇਸ਼ਨ ਦਾ, ਉਹ ਇੱਕ ਜਜ਼ਬਾ ਆਪਣੇ ਆਪ ਦੇ ਅੰਦਰ ਹੀ ਭਰ ਦਿੰਦਾ ਸੀ ਤੁਹਾਡੇ ਅੰਦਰ। ਜੇ ਫੈਡਰੇਸ਼ਨ ਦੇ ਵਿੱਚੋਂ ਉਹ ਜਜ਼ਬਾ ਮਨਫੀ ਕਰ ਦਈਏ ਤਾਂ ਫੈਡਰੇਸ਼ਨ ਜ਼ੀਰੋ ਹੁੰਦੀ ਹੈ। ਅਤੇ ਇਸ ਕਰਕੇ ਉਹ ਜਿਹੜਾ ਮੁੱਖ ਮੰਤਵ ਸੀ, ਅਫਸੋਸ ਇਹ ਹੈ ਕਿ ਅੱਜ ਉਸ ਮੁੱਖ ਮੰਤਵ ਨੂੰ ਫੈਡਰੇਸ਼ਨ ਦੇ ਨੂੰ ਬਹੁਤੇ ਰਾਜਨੀਤਿਕ ਲੀਡਰ ਜਿਹੜੇ ਉਹ ਹੁਣ ਵੱਡੇ ਅਹੁਦਿਆਂ 'ਤੇ ਵੀ ਪਹੁੰਚ ਗਏ, ਉਹਨੂੰ ਭੁੱਲ ਚੁੱਕੇ ਨੇ। ਅਤੇ ਸਾਡੇ ਵਿੱਚ ਜਜ਼ਬਾ ਇਹ ਸੀ ਉਦੋਂ ਕਿ ਇੱਕ ਅਜਿਹਾ ਦੇਸ਼ ਕਾਲ ਘੜਨਾ ਜਿਸ ਦੇ ਵਿੱਚ ਸਿੱਖੀ ਜਜ਼ਬੇ ਪ੍ਰਫੁੱਲਤ ਹੋ ਸਕਣ। ਹੁਣ ਮੈਂ ਗੱਲ ਕਰਾਂ ਸਿੱਖੀ ਜਜ਼ਬਿਆਂ ਦੀ, ਸਿੱਖੀ ਜਜ਼ਬੇ ਪ੍ਰਫੁੱਲਤ ਕਰਨ ਦੀ ਜਾਂ ਪ੍ਰਫੁੱਲਤ ਹੋਣ ਦੀ, ਅਤੇ ਉਹ ਸਿੱਖੀ ਜਜ਼ਬੇ ਤਾਂ ਕਿਧਰੇ ਨਾ ਕਿਧਰੇ ਜਾ ਕੇ RSS ਦੀ ਫਾਈਲ ਦੇ ਥੱਲੇ ਜਾ ਕੇ ਦਬ ਗਏ ਨੇ। ਸਾਡੇ ਵਿੱਚ ਜਜ਼ਬੇ ਹੀ ਇਹ ਹੋ ਗਏ ਆ ਵੀ ਮੈਂ MLA ਬਣ ਜਾਵਾਂ, ਮੈਂ ਮੁੱਖ ਮੰਤਰੀ ਬਣ ਜਾਵਾਂ, ਮੈਂ ਕਿਸੇ ਹੋਰ ਅਹੁਦੇ 'ਤੇ ਆ ਜਾਵਾਂ। ਅਤੇ ਉਹ ਜਿਹੜੇ ਸਾਡਾ ਸਿੱਖੀ ਜਜ਼ਬੇ ਵਾਲਾ ਸੀ, ਸਿੱਖੀ ਨੂੰ ਪ੍ਰਫੁੱਲਤ ਕਰਨ ਵਾਲਾ ਜਜ਼ਬਾ ਸੀ, ਉਹ ਸਾਡੇ ਵਿੱਚੋਂ ਖਤਮ ਕਰ ਦਿੱਤਾ ਗਿਆ ਬੜੀ ਸ਼ਰਾਰਤ ਦੇ ਨਾਲ ਅਤੇ ਬੜੀ ਸੂਝ ਦੇ ਨਾਲ। ਇਹ ਜਿਹੜਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਰੁਤਬਾ ਸੀ ਬਹੁਤ ਅੱਛਾ ਸੀ, ਕਹਿੰਦੇ ਬਹੁਤ ਵਧੀਆ ਸੀ, ਕਿਉਂਕਿ ਸਿੱਖੀ ਸਿਧਾਂਤਾਂ ਦੇ ਉੱਪਰ ਲਾਗੂ ਹੁੰਦਾ ਸੀਗਾ। ਇਹਦੇ ਵਿੱਚੋਂ ਜਿਹੜੇ ਆ ਕਿ ਇੱਕ ਡਿਪਟੀ ਸਪੀਕਰ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਬਣਨ ਦਾ ਜਿਹੜਾ ਕਿ ਅਹੁਦਾ ਵੀ ਪ੍ਰਾਪਤ ਹੋਇਆ। ਉਹ ਬਹੁਤ ਵਧੀਆ ਬੁਲਾਰੇ ਬਣੇ ਨੇ, ਬਹੁਤ ਵਧੀਆ ਆਗੂ ਵੀ ਬਣੇ ਨੇ। ਪਰ ਫਿਰ ਵੀ ਇਹ ਕੀ ਕਾਰਨ ਰਿਹਾ ਕਿ ਇਸ ਟਾਈਮ ਜਿਹੜਾ ਕਿ ਕਿਤੇ ਵੀ ਕੋਈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨਾਮ ਲੈਣ ਤੋਂ ਵੀ ਕੰਨੀ ਕਤਰਾਉਂਦਾ? ਕਾਰਨ ਇਹ ਹੈ ਜੀ ਸਾਹਿਬ ਮੇਜਰ ਸਿੰਘ ਜੀ, ਕਿ ਫੈਡਰੇਸ਼ਨ ਨੂੰ ਇੱਕ ਖਾੜਕੂ ਜਥੇਬੰਦੀਆਂ ਦੀ ਮਾਂ ਜਥੇਬੰਦੀ ਸਮਝ ਕੇ ਪੇਸ਼ ਕੀਤਾ ਗਿਆ। ਉਹਦੇ ਪਿੱਛੇ ਵੀ ਬਹੁਤ ਵੱਡੀਆਂ ਸਟੋਰੀਆਂ ਨੇ, ਬੜੀਆਂ ਵੱਡੀਆਂ ਕਹਾਣੀਆਂ, ਬੜੀ ਵੱਡੀ ਗੱਲ ਹੈ ਉਹਦੇ ਮਗਰ ਇੱਕ ਲੌਬੀ ਨੇ ਕੰਮ ਕੀਤਾ। ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ, RSS ਦੀ ਲੌਬੀ। RSS ਨੇ ਫੈਡਰੇਸ਼ਨ ਦੀ ਚੜ੍ਹਤ ਨੂੰ ਰੋਕਣ ਦੇ ਲਈ RSS ਦੇ ਪੰਜਾਬ ਦੇ ਕਰਿੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਹੀਂ
ਤੇ ਉਹਨਾਂ ਦਾ ਨਵਾਂ ਕਰਿੰਦਾ ਜਿਹੜਾ ਸੁਖਬੀਰ ਸਿੰਘ ਬਾਦਲ ਸੀ, ਸੁਖਬੀਰ ਸਿੰਘ ਬਾਦਲ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਖਤਮ ਕਰਨ ਦੇ ਲਈ ਉਹਦੇ ਮੁਕਾਬਲੇ ਦੇ ਵਿੱਚ ਸੋਈ ਲੈ ਕੇ ਆਂਦੀ, ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ। ਉਹਦੇ ਵਿੱਚੋਂ ਸਿੱਖ ਕੱਢਤੇ, ਸਿੱਖ ਨਾਮ ਕੱਢ ਦਿੱਤਾ ਗਿਆ ਉਹਦੇ ਤੋਂ, ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਕਰਤੀ ਜਾਂ ਸਿੱਖ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਕਰਤੀ। ਉਹ ਫੈਡਰੇਸ਼ਨ ਨੂੰ ਖਤਮ ਕਰਨ ਦੇ ਲਈ ਕੀਤੀ ਗਈ ਸੀ ਤੇ ਉਹਦੇ ਵਿੱਚ ਬਹੁਤ ਕੁਝ ਕੀਤਾ ਇਹਨਾਂ ਨੇ। ਨੌਜਵਾਨਾਂ ਨੂੰ ਪਤਤ ਪੁਣੇ ਵੱਲ ਧੱਕਿਆ, ਫੈਡਰੇਸ਼ਨ ਦੀਆਂ ਰੈਲੀਆਂ ਦੇ ਵਿੱਚ ਕੋਰੈਕਸ ਦੀਆਂ ਸ਼ੀਸ਼ੀਆਂ ਪਲਾ ਕੇ ਨੌਜਵਾਨਾਂ ਨੂੰ SOI ਵਾਲਿਆਂ ਨੂੰ ਲਿਜਾਂਦੇ ਰਹੇ। ਕਈ ਐਕਸੀਡੈਂਟ ਹੋਏ ਨੇ, ਵਿੱਚੋਂ ਮੈਨੂੰ ਯਾਦ ਹੈ, ਚੇਤੇ ਹੈ ਕਿ ਜਦੋਂ ਅਸੀਂ ਇਹ ਕਾਰਵਾਈ ਫੈਡਰੇਸ਼ਨ ਦੇ ਲਈ ਕਰਦੇ ਸੀ ਉਦੋਂ SOI ਵਾਲੇ ਜਿਹੜੇ ਇਹਨਾਂ ਦੇ ਇੱਕ ਜਿਹੜੇ ਮੁੰਡਾ ਕਲਚਰ ਹੁੰਦਾ ਨਾ ਜੀ, ਮੁੰਡਿਆਂ ਦਾ ਕਲਚਰ ਹੁੰਦਾ ਜੀ, ਆਪਾਂ ਤਾਂ ਬਦਮਾਸ਼ੀ ਰੱਖਣੀ ਹੈ, ਪਿਸਤੌਲ ਰੱਖਣਾ, ਫਲਾਣਾ ਕਰਨਾ, ਉਹ ਲਾਇਸੈਂਸੀ ਪਿਸਤੌਲ ਦੇ ਕੇ ਇਹਨਾਂ ਨੇ ਉੱਦਾਂ ਦੇ ਉਸ ਕਲਚਰ ਵਾਲੇ ਪਾਸੇ ਨੂੰ ਧੱਕ ਦਿੱਤਾ, ਜਿਹੜਾ ਕਲਚਰ ਅੱਜ ਵੀ ਪੰਜਾਬ ਦੀ ਸਿਆਸਤ ਦੇ ਉੱਤੇ ਤੇ ਪੰਜਾਬ ਦੇ ਉੱਤੇ ਹਾਵੀ ਹੋਇਆ ਫਿਰਦਾ ਹੈ। ਕਿ ਜੇ ਮੈਂ ਕਲਚਰ ਦੀ ਗੱਲ ਕਰਾਂ ਕਿ ਜੇ ਜਿੱਥੇ ਹੁੰਦੀ ਹੈ ਕਚਹਿਰੀ, ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਤੇ ਉੱਥੇ ਜੱਟ ਫੈਰ ਕਰਦਾ, ਉਹ ਇਹ ਕਲਚਰ ਥੋਪਿਆ ਗਿਆ, ਕਲਚਰ ਪੰਜਾਬ ਦੇ ਉੱਤੇ ਇਹ ਫੈਡਰੇਸ਼ਨ ਨੂੰ ਡਾਊਨ ਕਰਨ ਦੇ ਲਈ ਹੀ ਥੋਪਿਆ ਗਿਆ ਸੀ। ਜਿਹੜਾ KPS ਗਿੱਲ ਦੀ ਤੇ ਸਮੇਂ ਦੇ ਉਸ ਸਮੇਂ ਦੇ ਜਿਹੜੇ ਵਜ਼ੀਰ ਸਰਕਾਰਾਂ ਸਨ, ਇਹ ਉਹਨਾਂ ਦੀਆਂ ਸਾਜ਼ਿਸ਼ ਦੇ ਅਧੀਨ ਸੀ ਤੇ ਉਹਦਾ ਬਹੁਤ ਵੱਡਾ ਫੈਕਟ, ਉਹਦਾ ਬੜਾ ਅਸਰ ਪਿਆ, ਉਹਦਾ ਬਹੁਤ ਵੱਡਾ ਉਹਦੀ ਸੈਟਬੈਕ ਲੱਗੀ ਹੈ ਫੈਡਰੇਸ਼ਨ ਨੂੰ। ਇੱਕ ਪਾਸੇ ਮੌਤ ਨਾਲ ਜੂਝਦੇ ਨੌਜਵਾਨ ਸਨ ਜਿਨ੍ਹਾਂ ਦੇ ਉੱਤੇ, ਜੇ ਮੈਂ ਆਪਦੀ ਗੱਲ ਕਰਾਂ ਤਾਂ ਮੇਰਾ ਖਿਆਲ 35-36 ਫੌਜਦਾਰੀ ਮੁਕੱਦਮੇ ਦਾਇਰ ਹੋਏ, NSA ਲਾ ਕੇ ਜੇਲ੍ਹਾਂ 'ਚ ਬੰਦ ਕੀਤਾ ਗਿਆ ਸਾਨੂੰ। ਤੇ ਉਹ ਸਾਰਾ ਇੱਕ ਸਿਸਟਮ ਸੀ ਜਿਹਦੇ ਵਿੱਚ ਜਜ਼ਬਾ ਸੀ, ਸਿੱਖੀ ਜਜ਼ਬੇ ਨੂੰ, ਸਿੱਖੀ ਨੂੰ ਪ੍ਰਫੁੱਲਤ ਕਰਨ ਦਾ ਜਜ਼ਬਾ, ਅਜਿਹਾ ਦੇਸ਼ ਕਾਲ ਘੜਨ ਦੀ ਜਿਹੜੀ ਸੰਕਲਪ ਸੀ ਸਾਡਾ, ਉਹਨੂੰ ਖਤਮ ਕਰਨ ਦੇ ਲਈ KPS ਗਿੱਲ ਨੇ ਇੱਕ ਆ ਜਿਹੜੇ ਨਚਾਰ ਟਾਈਪ ਸਿੰਗਰ ਨੇ, ਜਿਹੜਾ ਅੱਜ ਕੱਲ੍ਹ ਜਿਵੇਂ ਬਹੁਤ ਬਦਨਾਮ ਹੋਇਆ ਗੁਰਦਾਸ ਮਾਨ, ਕਦੇ ਬੱਤੀਆਂ ਦਿੰਦਾ ਫਿਰਦਾ ਤੇ ਕਦੇ ਉਹ ਪੰਜਾਬੀ ਮਾਂ ਬੋਲੀ ਨੂੰ ਮਾਸੀ ਦੱਸਦਾ, ਤੇ ਹੁਣ ਇੱਕ ਨਵੇਂ ਵਿਵਾਦ ਦੇ ਵਿੱਚ ਵੀ ਘਿਰ ਗਿਆ ਉਹ। ਇਹਨਾਂ ਲੋਕਾਂ ਨੇ, ਇਹ 3-4 ਲੋਕ ਹੀ ਸੀਗੇ ਜਿਹੜੇ ਉਦੋਂ ਇਸ KPS ਗਿੱਲ ਦੀ ਉਸ ਚਾਲ ਦੇ ਵਿੱਚ ਪੰਜਾਬੀਆਂ ਨੂੰ ਵਰਗਲਾਉਣ ਦੇ ਵਿੱਚ, ਪੰਜਾਬੀਆਂ ਨੂੰ ਡਿਸਟਰੈਕਟ ਕਰਨ ਦੇ ਵਿੱਚ ਕਾਮਯਾਬ ਰਹੇ ਨੇ। ਤੇ ਉਸ ਕਲਚਰ ਨੇ ਫੈਡਰੇਸ਼ਨ ਨੂੰ ਫੇਲ ਕਰਨ ਲਈ ਸੋਈ ਬਣਾਉਣਾ ਜਾਂ ਇਹੋ ਜਿਹੇ ਕਲਚਰ ਨੂੰ ਜਿਹੜਾ ਪੰਜਾਬ ਦੇ ਨਾਲ ਕਿਤੇ ਵੀ ਮੇਲ ਨਹੀਂ ਖਾਂਦਾ, ਬਈ ਉਹ ਜਿਹੜੇ ਲੁੱਚ ਲਫੰਗੇ ਜੇ ਗਾਣੇ ਗਾ ਕੇ ਤੁਸੀਂ ਲੋਕਾਂ ਦਾ ਧਿਆਨ ਡਾਇਵਰਟ ਕਰ ਦਿੱਤਾ, ਤੇ ਹੁਣ ਤੱਕ ਜਾਰੀ ਹੈ ਬਾਦ ਦਸਤੂਰ। ਮਨਜੀਤ ਸਿੰਘ ਜੀ, ਜਿਵੇਂ ਦੇਖਿਆ ਜਾਂਦਾ ਹੈ ਕਿ 13 ਸਤੰਬਰ 1944 ਨੂੰ ਜਿਹੜੀ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਥਾਪਨਾ ਹੁੰਦੀ ਹੈ, ਤੇ ਹੁਣ ਸਿਰਫ ਇਹ ਪਿੱਛੇ ਦਿਨ ਤੱਕ ਕੁਝ ਬੰਦ ਵੀ ਹੋ ਗਿਆ ਸੀ, ਵੀ ਇਹ ਕਿਸੇ ਕੋਈ ਨਾਂ ਵੀ ਨਹੀਂ ਲੈਂਦਾ ਸੀਗਾ, ਪਰ ਪਿਛਲੇ ਕੁਝ ਸਮੇਂ ਤੋਂ ਜਿਹੜੀ ਕਿ ਹਰ ਸਾਲ ਜਿਹੜੀ ਕਿ ਫੈਡਰੇਸ਼ਨ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਪਰ ਉਹਦੇ ਵਿੱਚ ਕਿਤੇ ਵਿਦਿਆਰਥੀ ਤਾਂ ਨਜ਼ਰ ਨਹੀਂ ਆਉਂਦੇ, ਪਰ ਜਿਹੜੇ ਪੁਰਾਣੇ ਆਗੂ ਸੀਗੇ, ਜਿਵੇਂ ਜਿਨ੍ਹਾਂ 'ਚ ਤੁਸੀਂ ਵੀ ਮੌਜੂਦ ਰਹੇ ਹੋ ਜਾਂ ਹੋਰ ਵੀ ਕਈ ਨਾਮ ਹੈਗੇ ਨੇ, ਬਸ ਸਿਰਫ ਉਹੀ ਜਿਹੜੀ ਹੈ ਕਿ ਅਲੱਗ-ਅਲੱਗ ਥਾਵਾਂ 'ਤੇ ਜਿਹੜੀ ਹੈ ਕਿ ਇੱਕ ਫੈਡਰੇਸ਼ਨ ਦਿਵਸ ਜਿਹੜਾ ਕਿ ਉਹ ਮਨਾਉਂਦੇ ਆ। ਅਤੇ ਕੀ ਗੱਲ ਹੈ ਕਿ ਜਿਹੜੀ ਇੱਕ ਨਵੀਂ ਵਿਦਿਆਰਥੀ ਨੇ ਉਹ ਕਿਉਂ ਨਹੀਂ ਫੈਡਰੇਸ਼ਨ ਦੇ ਵਿੱਚ ਆ ਰਹੇ? ਦੇਖੋ, ਦੋ ਗੱਲਾਂ ਹੋਈਆਂ ਨੇ। ਇੱਕ ਤਾਂ ਜਿਹੜਾ ਵੱਡਾ ਇਹਦਾ ਅਸਰ ਉਹ ਇਹ ਰਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਉੱਤੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਖੁੱਲ੍ਹਾ ਦਾੜਾ ਕੇਸਰੀ ਪੱਗ ਬੰਨ੍ਹੀ ਦੇਖ ਕੇ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਸੀਗੇ ਉਹ ਚੱਕ ਕੇ ਸਾਨੂੰ ਜੇਲ੍ਹਾਂ 'ਚ ਬੰਦ ਕਰ ਦਿੰਦੇ ਸੀਗੇ ਕਿ ਵੀ ਤੁਸੀਂ ਫੈਡਰੇਸ਼ਨ ਦੇ ਨਾਲ ਸੰਬੰਧਿਤ ਹੋ, ਤੁਸੀਂ ਖਾੜਕੂਆਂ ਦੀ ਮਾਂ, ਤੁਸੀਂ ਖਾੜਕੂ ਪੈਦਾ ਕਰਦੇ ਹੋ। ਤੁਸੀਂ ਭਾਵੇਂ ਖਾੜਕੂ ਨਹੀਂ ਹੈਗੇ ਪਰ ਖਾੜਕੂ ਤੁਸੀਂ ਪੈਦਾ ਕਰਕੇ ਦਿੰਦੇ ਹੋ ਜਥੇਬੰਦੀ ਵੱਲੋਂ, ਇਸ ਕਰਕੇ ਸਾਡੇ 'ਤੇ ਪਰਚੇ ਪੈਂਦੇ ਸੀ। ਅਤੇ ਦੂਸਰਾ, ਜੇ ਮੈਂ ਇਹਦੇ ਵਿੱਚ ਕਹਾਂ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਨਾ, ਜਿਹੜੇ ਮੇਰੇ ਵਰਗੇ ਹੁਣ 55 ਸਾਲ ਦੇ ਹੋ ਕੇ ਵੀ ਹਲੇ ਅਸੀਂ ਆਪਦੇ ਆਪ ਨੂੰ ਸਿੱਖ ਨੌਜਵਾਨ ਆਗੂ ਲਿਖਦੇ ਹਾਂ, ਉਹ ਬੜਾ ਦੁਖਦਾਇਕ ਹੈ। ਕਿਉਂਕਿ ਅਸੀਂ ਜਿਹੜੀ ਸੱਤਾ ਟਰਾਂਸਫਰ ਨਹੀਂ ਕੀਤੀ ਅੱਗੇ, ਫੈਡਰੇਸ਼ਨ ਦੀ ਪਾਵਰਸ ਨੇ ਜਿਹੜੀਆਂ ਉਹ ਟਰਾਂਸਫਰ ਨਹੀਂ ਕੀਤੀਆਂ, ਅਤੇ ਨਵੇਂ ਬੱਚਿਆਂ ਨੂੰ ਅਸੀਂ ਕੁਝ ਦੱਸ ਨਹੀਂ ਸਕੇ। ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚੋਂ ਸਾਡਾ ਰੁਝਾਨ ਘਟ ਗਿਆ, ਕਿਉਂਕਿ ਸਾਡਾ ਫੈਡਰੇਸ਼ਨ ਦੇ ਸਾਰੇ ਆਗੂਆਂ ਦਾ ਸਣੇ ਮੇਰੇ ਜਿੰਨੇ ਵੀ ਤੁਰੇ ਫਿਰਦੇ ਨੇ, ਮੈਂ ਬਿਨਾਂ ਕਿਸੇ ਦਾ ਵੀ ਨਾਮ ਲਏ ਤੋਂ ਇਹ ਕਹਿਣਾ ਚਾਹਾਂਗਾ ਕਿ ਸਾਰਿਆਂ ਦੇ ਵਿੱਚ ਸਾਡੇ 'ਚ ਲਾਲਚ
ਹਉਮੈ ਸਾਡੇ 'ਚ ਇੰਨੀ ਆ ਕਿ ਅਸੀਂ ਇਕੱਠੇ ਹੋ ਕੇ ਨਹੀਂ ਬਹਿ ਸਕਦੇ। ਅਸੀਂ 5 ਆਗੂ, ਜੇ ਮੈਂ ਤੁਸੀਂ ਕਿਤੇ ਮੇਜਰ ਸਿੰਘ ਜੀ 5 ਆਗੂ ਇਕੱਠੇ ਕਰ ਦਵੋ ਨਾ ਫੈਡਰੇਸ਼ਨ ਵਾਲੇ ਪੁਰਾਣੇ, ਤਾਂ ਬਹੁਤ ਵੱਡਾ ਪੁੰਨ ਦਾ ਕੰਮ ਹੋਊਗਾ। ਪਰ ਅਸੀਂ 5 ਜਣੇ ਵੀ ਇਕੱਠੇ ਨਹੀਂ ਹੋ ਕੇ ਰਾਜੀ। ਜੇ 5 ਜਣੇ ਇਕੱਠੇ ਵੀ ਹੁੰਦੇ ਆ ਤਾਂ ਅਸੀਂ ਇੱਕ ਦੂਜੇ ਦੀ ਵੱਢਵੀਂ ਕਰਨੀ ਹੁੰਦੀ ਹੈ, ਇੱਕ ਦੂਜੇ ਦਾ ਨੁਕਸਾਨ ਹੀ ਕਰਨਾ ਹੁੰਦਾ। ਅਸੀਂ ਉਹਦੇ ਵਿੱਚ ਅਸੀਂ ਕੌਮ ਨੂੰ ਦੇ ਕੁਝ ਨਹੀਂ ਰਹੇ। ਸਰਦਾਰ ਅਮਰ ਸਿੰਘ ਅੰਬਾਲਵੀ ਹੁਣਾਂ ਨੇ ਜਦੋਂ ਇਹ ਫੈਡਰੇਸ਼ਨ ਦਾ ਮੁੱਢ ਬੰਨ੍ਹਿਆ, ਜਦੋਂ ਸਰਦਾਰ ਅਮਰ ਸਿੰਘ ਅੰਬਾਲਵੀ ਨੇ ਖਾਲਸਾ ਕਾਲਜ ਦੇ ਵਿੱਚੋਂ ਪਤਤ ਰਾਜਾ ਗੋ ਬੈਕ ਦੀ ਜਿਹੜਾ ਨਾਅਰਾ ਲਾ ਕੇ ਫੈਡਰੇਸ਼ਨ ਦੇ ਲਈ ਜੇਲ੍ਹ ਗਏ, ਉਹ ਫੈਡਰੇਸ਼ਨ ਦੀ ਉੱਥੋਂ ਬੈਠ ਕੇ ਸਥਾਪਨਾ ਹੋਈ, ਉਹ ਜਜ਼ਬਾ ਹੁਣ ਕਿਤੇ ਨਹੀਂ ਦਿਖਦਾ। ਹੁਣ ਤਾਂ ਫੈਡਰੇਸ਼ਨ ਦਾ ਮੈਂਬਰ ਬਣਨ ਦਾ ਮਤਲਬ ਇਹ ਹੈ ਜੀ ਕਿ ਬਈ ਮੇਰੇ ਕਿਸੇ ਮੰਤਰੀ ਦੇ ਨਾਲ ਨੇੜਤਾ ਹੋ ਜਾਵੇ, ਮੇਰੀ ਕਿਸੇ MLA ਦੇ ਨਾਲ ਨੇੜਤਾ ਹੋ ਜਾਵੇ, ਜਾਂ ਮੈਨੂੰ ਕਿਤੇ ਕੋਈ ਗੱਲਬਾਤ ਕਿਸੇ ਵਿੱਚ ਲੈ ਲਿਆ ਜਾਵੇ। ਸਿੱਖੀ ਵਾਲੀ ਗੱਲ ਮਤਲਬ ਕਿਧਰੇ ਨਹੀਂ ਰਹੀ। SOI ਦਾ ਤਾਂ ਐਡਾ ਕੁ ਬੇੜਾ ਗਰਕ ਕੀਤਾ ਬਾਦਲ ਸਾਹਿਬ ਨੇ ਕਿ ਇਹਦੇ ਵਿੱਚ ਮੇਰੇ ਇੱਥੇ ਖਰੜ ਦੇ ਸ਼ਹਿਰ ਦੇ ਵਿੱਚ ਬੱਸ ਅੱਡੇ 'ਚ ਇੱਕ ਦਿਨ SOI ਵਾਲਿਆਂ ਦੀ ਫੋਟੋ ਲੱਗੀ ਹੋਈ ਸੀ, ਮੇਰਾ ਖਿਆਲ ਸ਼ਾਇਦ ਫੋਨ 'ਚ ਮੇਰੇ ਕੋਲ ਸੇਵ ਵੀ ਹੋਵੇ, ਮੈਂ ਤੁਹਾਨੂੰ ਭੇਜ ਦੂੰਗਾ। ਉਹਦੇ ਵਿੱਚ ਇੱਕ ਵੀ ਮੁੰਡਾ ਸਰਦਾਰ ਨੌਜਵਾਨ ਨਹੀਂ ਸੀ ਪੱਗ ਵਾਲਾ, ਇੱਕ ਨੌਜਵਾਨ ਵੀ। ਸਾਰੇ ਹੀ ਮੁੰਡੇ ਬੋਦਿਆਂ ਵਾਲੇ, ਉਹ ਜਿਵੇਂ ਜੇਜੀ ਬੈਂਸ ਕਰਦਾ ਨਾ ਜੀ, ਐਂ ਕੰਡੇਰ ਨੇ ਜੇ ਖੜੇ ਕਰਕੇ, ਇੱਦਾਂ ਦੇ ਬੋਦਿਆਂ ਵਾਲੇ ਨੌਜਵਾਨ ਜਿਹੜੇ ਨੇ ਉਹ ਸਾਰੇ ਹੀ ਉਹਦੇ 'ਚ SOI ਦੇ ਵਿੱਚ ਭਰਤੀ ਕੀਤੇ ਹੋਏ ਸੀ। ਅਤੇ ਇਹੋ ਜਿਹਾ ਜਦੋਂ ਕਲਚਰ ਸਾਡੇ ਰਹਿਨੁਮਾ ਜਿਹੜੇ ਨੇ, ਜਿਨ੍ਹਾਂ ਨੇ ਕੌਮ ਦੀ ਜਾਂ ਨੌਜਵਾਨਾਂ ਦੀ ਅਗਵਾਈ ਕਰਨੀ ਹੈ, ਜਦੋਂ ਇਹੋ ਜਿਹਾ ਕਲਚਰ ਅਸੀਂ ਦੇਵਾਂਗੇ ਤਾਂ ਫਿਰ ਉਹੋ ਜਿਹਾ ਹੀ ਮਿਲੂਗਾ ਸਾਨੂੰ। ਤਾਂ ਮਨਜੀਤ ਸਿੰਘ ਜੀ, ਜਿਹੜਾ ਕਿ ਸਮਾਂ ਆਪਣੇ ਕੋਲ ਬਹੁਤ ਘੱਟ ਹੈ ਅਤੇ ਗੱਲਾਂ ਬਹੁਤ ਨੇ, ਬਲਬਲੇ ਬਹੁਤ ਨੇ, ਪਰ ਅਸੀਂ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੁਝ ਗੱਲਾਂ ਨੇ ਉਹੀ ਕਰਾਂਗੇ ਜਿਹੜੀਆਂ ਮੁੱਖ ਜ਼ਰੂਰੀ ਨੇ ਜਿਹੜੀਆਂ ਇਸ ਸਮੇਂ। ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਕਿਹਾ ਕਿ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੀ ਜਿਹੜੀ ਨੌਜਵਾਨੀ ਨੂੰ ਉਹ ਖਾੜਕੂ ਕਹਿ ਕੇ ਬੁਲਾਉਂਦੇ ਸੀ ਵੀ ਤੁਸੀਂ ਖਾੜਕੂ ਹੈ ਨਹੀਂ, ਪਰ ਤੁਸੀਂ ਪੈਦਾ ਕਰਦੇ ਹੋ। ਪਰ ਜੇ ਦੇਖੀ ਜਾਈਏ ਉਸ ਮਾਮਲਿਆਂ 'ਚ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ, ਮਾਰਿਆ ਜਾਂਦਾ ਸੀਗਾ। ਅਤੇ ਅੱਜ ਜੇ ਦੇਖੀਏ ਕੋਈ ਵੀ ਜਥੇਬੰਦੀਆਂ ਜਿਹੜੀਆਂ ਬਣਾਈਆਂ ਗਈਆਂ, ਚਾਹੇ ਸੋਈ ਹੈ ਜਾਂ ਕੋਈ ਹੋਰ ਹੈਗੀਆਂ ਨੇ, ਪੂਸੂ ਹੋਵੇ, ਇਹ ਜੋ ਜਥੇਬੰਦੀਆਂ ਬਣਾਈਆਂ ਗਈਆਂ ਨੇ, ਤਾਂ ਉਹਨਾਂ ਦੇ ਵਿੱਚ ਗੈਂਗਵਾਰ ਬੜੀ ਚੱਲ ਰਹੀ ਆ। ਅਸੀਂ ਜਿਹੜਾ ਦੇਖਦੇ ਹਾਂ, ਜਿਹਦੇ ਵਿੱਚ ਪਿਛਲੇ ਦਿਨੀ ਮੋਹਾਲੀ ਦੇ ਵਿੱਚ ਸ਼ਰੇਆਮ ਜਿਹੜੀ ਆ ਕਿ ਮਿੱਢੂ ਖੇੜਾ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ। ਸੋ ਕੀ ਇਹ ਆਲ ਇੰਡੀਆ ਸੈਕਟਰੀ ਫੈਡਰੇਸ਼ਨ ਨਾਲੋਂ ਚੰਗੀਆਂ ਨੇ ਜਥੇਬੰਦੀਆਂ? ਨਹੀਂ, ਚੰਗੀਆਂ ਵਾਲੀ ਗੱਲ ਨਹੀਂ ਹੈ। ਇਹ ਜਿਹੜਾ ਦੇਖੋ, ਸਰਕਾਰ ਜਦੋਂ ਹੁੰਦੀ ਹੈ ਨਾ ਜੀ, ਜਿਹਨੇ ਸਰਕਾਰ ਚਲਾਉਣੀ ਆ, ਉਹਨਾਂ ਨੇ ਆਪ ਦਾ ਸਿਸਟਮ ਹੁੰਦਾ ਉਹਨਾਂ ਦਾ ਸਰਕਾਰ ਦੇ ਵਿੱਚ ਕਿ ਅਸੀਂ ਲੋਕਾਂ ਨੂੰ ਬੁੱਧੂ ਬਣਾ ਕੇ ਕਿਵੇਂ, ਲੋਕਾਂ ਨੂੰ ਮੁੱਦਿਆਂ ਤੋਂ ਭਟਕਾ ਕੇ ਕਿਵੇਂ ਰੱਖਣਾ। ਕਿਉਂਕਿ ਜਦੋਂ ਨੌਜਵਾਨ, ਪੰਜਾਬ ਦਾ ਮੁੱਦਾ ਕੀ ਹੈ ਮੇਜਰ ਸਿੰਘ ਜੀ? ਬੇਸਿਕ ਮੁੱਦਾ ਮੈਨੂੰ ਜੇ ਮੈਨੂੰ ਕੋਈ ਪੁੱਛੇ ਕਿ ਪੰਜਾਬ ਦੇ ਵਿੱਚ ਸਭ ਤੋਂ ਮੇਨ ਮੁੱਖ ਮੁੱਦਾ ਕੀ ਹੈ, ਤਾਂ ਮੁੱਖ ਮੁੱਦਾ ਪੰਜਾਬ ਦੀ ਬੇਰੁਜ਼ਗਾਰੀ ਹੈ। ਪੰਜਾਬ ਦੀ ਬੇਰੁਜ਼ਗਾਰੀ ਤੋਂ ਧਿਆਨ ਹਟਾਉਣ ਦੇ ਲਈ ਲੋਕਾਂ ਦਾ ਇਹ ਦੂਜੇ ਪੁੱਠੇ ਸਿੱਧੇ ਸਿਸਟਮ ਦਿੱਤੇ ਜਾਂਦੇ ਨੇ। ਜਿਹੜਾ ਅਜੋਕਾ ਨਵੇਂ ਸਮੇਂ ਦਾ ਜਿਹੜਾ ਗੈਂਗਸਟਰਵਾਦ ਹੈ, ਇਹ ਗੈਂਗਸਟਰਵਾਦ ਵੀ ਸਰਕਾਰ ਦੀਆਂ ਨਲਾਇਕੀਆਂ ਦੇ ਕਾਰਨ ਪੈਦਾ ਹੋਇਆ, ਸਰਕਾਰ ਦੀਆਂ ਡਾਇਰੈਕਸ਼ਨਾਂ ਦੇ ਕਾਰਨ ਪੈਦਾ ਹੋਇਆ। ਕਿਉਂਕਿ ਇਹਨਾਂ ਨੂੰ ਪੋਲੀਟੀਕਲ ਲੋਕਾਂ ਨੂੰ ਜਿਹੜੇ ਸਰਕਾਰ ਦੇ ਵਿੱਚ ਨੇ, ਉਹਨਾਂ ਨੂੰ ਕੁਛ ਗੁੰਡਾ ਕਿਸਮ ਦੇ ਲੋਕ, ਬਦਮਾਸ਼ੀ ਕਰਨ ਵਾਲੇ ਨੌਜਵਾਨ, ਯੂਥ, ਕਿਉਂਕਿ ਲੜ ਝਗੜ ਤਾਂ ਮੁੰਡੇ ਹੀ ਸਕਦੇ ਨੇ, ਬਜ਼ੁਰਗ ਮੇਰੇ ਵਰਗੀ ਉਮਰ ਦੇ ਬੰਦਿਆਂ ਨੇ ਲੜਨਾ ਤਾਂ ਹੁੰਦਾ ਨਹੀਂ ਜਾ ਕੇ। ਸੋ ਇਹ ਕੀ ਸੋਚਦੇ ਨੇ ਕਿ ਯਾਰ ਕੋਈ ਨੌਜਵਾਨ ਇੱਕ ਪੈਦਾ ਕੀਤਾ ਜਾਵੇ ਜਿਹਨੂੰ ਗੁੰਡਾ ਬਣਾਇਆ ਜਾਵੇ। ਜੇ ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦੇਵਾਂ ਤਾਂ ਲੱਖਾ ਸਿਧਾਣਾ ਦੀ ਗੱਲ ਕਰਦਾ ਮੈਂ। ਲੱਖਾ ਸਿਧਾਣਾ ਬਹੁਤ ਵਾਰੀ ਇਹ ਗੱਲ ਕਹਿ ਚੁੱਕਾ ਕਿ ਸਾਨੂੰ ਮਿਸਯੂਜ਼ ਕੀਤਾ ਜਾਂਦਾ। ਬਿਲਕੁਲ ਸਹੀ ਗੱਲ ਕਹਿ ਰਿਹਾ ਉਹ ਕਿ ਉਹ ਨੌਜਵਾਨ ਚੜ੍ਹਦੀ ਕਲਾ ਦਾ ਮਤਲਬ ਪ੍ਰਤੀਕ, ਬੜਾ ਨੌਜਵਾਨ ਸੀ ਉਹ, ਡੀਲ ਡੋਲ ਚੰਗੀ ਹੈ ਅਤੇ ਥੋੜ੍ਹਾ ਦਲੇਰ ਹੈ। ਉਹਨੂੰ ਇਹਨਾਂ ਦੇ ਜਥੇਦਾਰਾਂ ਨੇ ਵਰਤ ਕੇ ਜਦੋਂ ਉਹਦਾ ਦੇਖਿਆ ਵੀ ਉਹਦੀ ਹੁਣ ਗੱਲਬਾਤ ਜੋ ਕੱਢਣਾ ਸੀ ਕੱਢ ਲਿਆ, ਉਸ ਤੋਂ ਬਾਅਦ ਉਹਨੂੰ ਇਹਨਾਂ ਨੇ ਗੈਂਗਸਟਰਵਾਦ ਵੱਲ ਨੂੰ ਧੱਕ ਦਿੱਤਾ। ਅਤੇ ਪਰ ਉਹ ਚਲੋ ਸਿਆਣਾ ਨਿਕਲਿਆ, ਜਾਂ ਮਹਾਰਾਜ ਨੇ ਸੁਣ ਲਈ, ਜਾਂ ਕੁਛ ਮੈਨੂੰ ਲੱਗਦਾ ਕਿ ਨੌਜਵਾਨਾਂ ਨੂੰ ਕੁਛ ਇੱਕ ਨਵਾਂ ਨਿਰਦੇਸ਼ ਦੇਣ ਦੇ ਲਈ ਪਰਮਾਤਮਾ ਵੀ ਕਈ ਵਾਰੀ ਕੁਦਰਤ ਵੀ ਬਹੁਤ ਜ਼ੋਰ ਲਾਉਂਦੀ ਹੈ। ਸੋ ਉਹ ਇਹਨਾਂ ਦੇ ਚੁੰਗਲ ਦੇ ਵਿੱਚੋਂ ਨਿਕਲ ਕੇ ਆ ਗਿਆ ਅਤੇ ਹੁਣ ਉਹ ਨੌਜਵਾਨਾਂ ਨੂੰ ਇਹ ਦੱਸ ਰਿਹਾ ਕਿ ਵੀ ਇਸ ਪਾਸੇ ਵੱਲ ਨੂੰ, ਗੁੰਡਾਗਰਦੀ ਵਾਲੇ ਪਾਸੇ ਨੂੰ ਨਾ ਤੁਰੋ, ਰਾਜਨੀਤਿਕ ਲੋਕਾਂ ਦੇ ਹੱਥ ਠੋਕੇ ਨਾ ਬਣੋ।
ਸੋ ਇਹ ਰਾਜਨੀਤਿਕ ਹੱਥ ਠੋਕੇ ਬਣਾਏ ਜਾਂਦੇ ਨੇ, ਇਹ ਪੈਦਾ ਕੀਤੇ ਜਾਂਦੇ ਨੇ, ਜਿੱਦਾਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਨਾ ਜੀ, ਉਹ ਸਟੋਰੀਆਂ ਦੇ ਵਿੱਚ ਬਣਦੇ ਆ ਕਿ ਗੁੰਡਾ ਪੈਦਾ ਕੀਤੇ ਜਾਂਦੇ ਨੇ। ਇਹ ਸਰਕਾਰ ਵੱਲੋਂ ਪੈਦਾ ਕੀਤਾ ਜਾ ਰਿਹਾ ਗੈਂਗਸਟਰਵਾਦ ਹੈ। ਇਹ ਸਨ ਸਰਦਾਰ ਮਨਜੀਤ ਸਿੰਘ, ਜਿਨ੍ਹਾਂ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਕਾਰਜਕਾਰੀ ਸੀ ਸਾਰਾ ਕੁਝ ਦੱਸਿਆ ਹੈ ਵੀ ਕਿਸ ਤਰ੍ਹਾਂ ਸੀ, ਉਹਦਾ ਮੰਤਵ ਕੀ ਸੀਗਾ। ਪਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀਆਂ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਜਾਂ ਉਹਨਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਵੱਲੋਂ, ਜੋ ਕਿ ਸਮੇਂ-ਸਮੇਂ ਸਿਰ ਪੰਜਾਬ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਰਹੇ ਨੇ, ਉਹਨਾਂ ਦੇ ਵੱਲੋਂ ਸੋਈ ਬਣਾਈ ਗਈ ਜਿਹਦੇ ਵਿੱਚ ਅੱਜ ਨੌਜਵਾਨ ਜਿਹੜੇ ਗੈਂਗਵਾਰ ਵੱਲ ਵਧੇ ਹੋਏ ਨੇ। ਸੋ ਉੱਥੇ ਉਹਨਾਂ ਨੇ ਲੱਖਾ ਸਿਧਾਣਾ ਦੀ ਵੀ ਗੱਲ ਕੀਤੀ ਹੈ, ਜਿਸ ਨੇ ਗੈਂਗਵਾਰ ਦਾ ਦੱਸਿਆ ਕਿ ਕੀ ਨੁਕਸਾਨ ਹੋ ਰਿਹਾ, ਕਿਸ ਤਰ੍ਹਾਂ ਉਹਨਾਂ ਨੂੰ ਵਰਤਿਆ ਜਾਂਦਾ ਹੈ। ਸੋ ਦੇਖਦੇ ਰਹੋ ਬੀ ਮੀਡੀਆ 24 ਮਖਿਆਲੀ ਪੱਤਰਕਾਰੀ, ਜੁੜੇ ਰਹੋ। ਮੇਜਰ ਸਿੰਘ ਪੰਜਾਬੀ ਦੇ ਨਾਲ ਗੁਰਮੁਖ ਸਿੰਘ।